ਉੱਥੋਂ ਅਗਰ ਸਹੀ ਆਇਆ ਤੇ ਇਹਦਾ ਮਤਲਬ ਸਹੀ ਹੋਏਗਾ। ਅਗਰ ਉੱਥੋਂ ਤੁਹਾਡਾ ਜਾਨਵਰ, ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਕਿਤੋਂ ਜਾਨਵਰ ਅੱਛਾ ਖਰੀਦਦੇ ਹੋ ਨਾ, ਮੰਡੀਆਂ ਦੀ ਵੈਕਸੀਨ ਨਹੀਂ ਹੈ ਕਿ ਤੁਸੀਂ ਲਾ ਕੇ ਉਹਨੂੰ ਇੱਥੇ ਲਿਆਓ। ਨਹੀਂ, ਐਸਾ ਦੀ ਕੋਈ ਗੱਲ ਨਹੀਂ। ਮੰਡੀਆਂ ਦੇ ਜਾਨਵਰ ਦੀ ਮੈਂ ਨਹੀਂ ਗੱਲ ਕਰਦਾ। ਤੁਸੀਂ ਅਗਰ ਕਿਸੇ ਦੇ ਫਾਰਮ ਤੋਂ ਜਾਨਵਰ ਖਰੀਦਦੇ ਜਾਂ ਘਰੋਂ ਜਾਨਵਰ ਖਰੀਦਦੇ, ਉਹਦਾ ਬੜਾ ਆਸਾਨ ਹੱਲ ਹੈ। ਤੁਸੀਂ ਇੱਕ ਦਫਾ ਉਹਦਾ ਬਲੱਡ ਟੈਸਟ ਕਰੋ, ਉਹਦਾ ਬਲੱਡ ਲਵੋ ਤੇ ਜਾਂ ਕੋਈ ਬਲੱਡ, ਬਾਕੀ ਅਸੀਂ ਅਗਰ ਉਹਦਾ ਬਲੱਡ ਕਿੱਥੋਂ ਟੈਸਟ ਕਰਾਣੇ? ਆਮ ਲੈਬਾਰਟਰੀਆਂ ਚੋਂ? ਆਮ ਲੈਬਾਰਟਰੀ ਤੋਂ ਜਾਂਦੇ ਕੁਝ ਨਹੀਂ ਹੈਗਾ। ਜੋ ਬੰਦਿਆਂ ਦੀ ਲੈਬਾਰਟਰੀਆਂ ਨੇ ਉਹ ਵੀ ਉਹ ਹੋਇਆ। ਬਿਲਕੁਲ ਐਦਾ ਅਸੀਂ ਕਿਉਂਕਿ ਮੇਰਾ ਸ਼ੌਕ ਦਾ ਥੋੜਾ ਮਤਲਬ ਵੱਡੇ ਜਾਨਵਰ ਦਾ, ਅਸੀਂ ਸਮਝੇ ਮੈਸ ਹੁੰਦਾ ਸੀ ਜਾਨਵਰ 1.5 ਮਿਲੀਅਨ ਦੇ ਵੀ ਖਰੀਦਨੇ, 2 ਮਿਲੀਅਨ ਦੇ ਵੀ ਜਾਨਵਰ ਖਰੀਦਣੇ, ਲੇਕਿਨ ਅਸੀਂ ਉਹ ਜਾਨਵਰ ਨੂੰ ਜਦੋਂ ਖਰੀਦਨੇ ਨਾ, ਖਰੀਦ ਮਤਲਬ ਡਨ ਹੋ ਗਿਆ ਤਾਂ ਡਨ ਹੋ ਗਿਆ ਤਾਂ ਤੁਸੀਂ ਪਹਿਲਾਂ ਦਿੱਤਾ, ਅਸੀਂ ਇੱਕ ਦਫਾ ਉਹਦਾ ਟੈਸਟ ਜ਼ਰੂਰ ਕਰਾਂਗੇ। ਉਹਦੀ ਵਜ੍ਹਾ ਕਿ ਜਿਹੜੇ ਬੰਦੇ ਨੂੰ 15 ਜਾਂ 20 ਲੱਖ ਰੁਪਇਆ ਦੇਣਾ ਹੈ, 20 ਲੱਖ ਰੁਪਏ ਕਹਿੰਦੇ ਮੂੰਹ ਦਾ ਆਪਣੇ ਦਾ ਥੁੱਕ ਮੁੱਕ ਜਾਂਦਾ ਤੇ ਉਹਨਾਂ ਪਾਸੇ ਬਿਮਾਰ ਜਾਨਵਰ ਨਹੀਂ ਲੈਣਾ ਨਾ, ਬਿਲਕੁਲ तो पता लग जाता था। क्योंकि ये मौसम जो चल रहा है ना, इसमें ज़्यादा मर्ज पीपीआर का चल रहा है और पीपीआर की कुछ अलामात हैं। अगर जो बंदे रखते हैं एनिमल्स, वो जब खरीदते हैं तो उनको पता चल जाता है कि इसमें ये मामलात हैं। जी जी। इन दिनों में मैंने अपने फार्म पे अक्टूबर से लेके अभी तक किसी की बकरी क्रॉस नहीं करवाई, ना कोई नया एनिमल ऐड किया। जनवरी में, ये अभी जनवरी चल रहा है जी। और ये रीजन है जी, देखो अगर मैं किसी की बकरी को क्रॉस करवाना हो ना, एक मसाला खुदा ना खासा उस बकरी को प्रॉब्लम ऐ होया सी। मेरा एक बड़ा अच्छा दोस्त है, हर बंदे ने इनकार नहीं हो सकता, लेकिन इनकार करने का भी एक तरीका होता है। मैं उन्होंने कहा कोने बजिद सी, मैं एक ब्रीडर खरीदे मैं पिछले 17 लाख रुपए का, और पठान नाम का ब्रीडर मेरे को शायद तुसी पठान गया ਉਹਨੂੰ ਉਹ ਮੈਨੂੰ ਕਿਹਾ ਜੀ ਮੈਨੂੰ ਇਹਦੇ ਕੋਲੋਂ ਬੱਕਰੀ ਕ੍ਰੋਸ ਕਰਵਾ ਕੇ ਦਿਓ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਂ ਇਹਦੇ ਕੋਲੋਂ ਬੱਕਰੀ ਜਿਹੜੀ ਨਾ ਨਹੀਂ ਰੇ ਕ੍ਰੋਸ ਕਰਵਾ ਕੇ ਦੇਣੀ। ਉਹਨੇ ਕਿਹਾ ਜੀ ਮੇਰੀਆਂ ਬੱਕਰੀਆਂ 'ਚ ਕੋਈ ਬਿਮਾਰੀ ਨਹੀਂ। ਮੈਂ ਕਿਹਾ ਤੁਸੀਂ ਤਾਂ ਬਲੱਡ ਟੈਸਟ ਕਰਵਾ। ਉਹਨੇ ਦੋਨੋਂ ਬੱਕਰੀਆਂ ਦਾ ਬਲੱਡ ਟੈਸਟ ਕਰਾਇਆ, ਮੇਰੇ ਮੋਬਾਈਲ ਦੇ ਵਿੱਚ ਦੋਨੋਂ ਦੀ ਰਿਪੋਰਟ, ਦੋਨੋਂ ਨੂੰ ਪੀਪੀਆਰ ਅੰਦਾਜ਼ਾ ਕਰੋ। ਉਹ ਮਤਲਬ ਉਸ ਟਾਈਮ ਨਜ਼ਰ ਨਹੀਂ ਸੀ ਆ ਰਿਹਾ, ਲੇਕਿਨ ਉਹ ਇੱਕ ਵੀਕ ਤੋਂ ਬਾਅਦ 'ਚ ਉਹ ਬਿਮਾਰੀ ਪ੍ਰੋਮਿਨੈਂਟ ਹੋਈ ਹੈ। ਇੱਕ ਜਿਹੜੀ ਹੈ ਉਹ ਐਕਸਪਾਇਰ ਹੋ ਗਈ ਹੈ, ਦੂਸਰੀ ਸਰਵਾਈਵ ਤੇ ਕਰ ਗਈ ਹੈ, ਲੇਕਿਨ ਉਹ ਵੀ ਨੀਅਰ ਟੂ ਡੈਥ ਹੀ। ਅੱਛਾ, ਵਾਇਰਲ ਬਿਮਾਰੀ ਹੈ, ਇਹ ਸ਼ਿਫਟ ਹੋ ਜਾਂਦੀ ਹੈ ਇੱਕ ਜਾਨਵਰ ਤੋਂ ਦੂਸਰੇ ਜਾਨਵਰ। ਬਿਲਕੁਲ ਇਸ ਤਰ੍ਹਾਂ ਹੀ। ਹੁਣ ਦੇਖੋ ਨਾ, ਇਹਨਾਂ ਦੇ ਜਾਨਵਰ ਹੈਗੇ ਨੇ ਨਾ, ਅਗਰ ਇਹਨਾਂ ਦੇ ਕਿਸੇ ਜਾਨਵਰ ਨੂੰ ਅਗਰ ਪ੍ਰੋਬਲਮ ਹੋ, ਅਗਰ ਪ੍ਰੋਬਲਮ ਹੁੰਦੀ, ਬਾਬਾ ਜੀ ਨੂੰ ਮੈਂ ਕਦੀ ਵੀ ਇਹਨਾਂ ਕੱਪੜਿਆਂ ਦੇ ਵਿੱਚ ਵੀ ਆਪਣੇ ਫਾਰਮ ਦੇ ਨਹੀਂ ਸੀ ਜਾਂਦੇ। ਅੱਛਾ, ਵਾਇਰਲ ਹੈ। ਵਾਇਰਲ ਸਰ ਇੱਥੇ ਤੁਸੀਂ ਮੈਂ ਸਲੀਮ ਨੂੰ ਹੱਥ ਲਗਾ ਦਿੱਤਾ ਹੈ, ਇਹਨੇ ਸ਼ਾਦਮ ਨੂੰ ਲਗਾਤਾ, ਇਹਨੇ ਖਾਂਸਾ ਨੂੰ ਲਗਾਤਾ है, ऐसा एक जस्ट लाइक कोरोना पीपीआर बीमारी जो है ना जी, पीपीआर ये तो पूरा फार्म जो है ना वो खत्म कर देती है। हाँ जी, अल्लाह ताला बुरे वक्त तो बचाना। आमीन। मतलब ਤੁਸੀਂ ਕੋਈ ਵੀ ਇੱਕ ਜਾਨਵਰ ਇਹਨਾਂ ਦੇ ਦਿਨਾਂ ਚ ਅੱਛਾ ਨਹੀਂ ਖਰੀਦਣਾ ਚਾਹੀਦਾ। ਅੱਛਾ ਇੱਕ ਦੇ ਅੱਛਾ ਜਿਹਨੂੰ ਇਹ ਹੋਣ, ਜਿਹਨੂੰ ਅਕਤੂਬਰ ਨਵੰਬਰ ਦੇ ਵਿੱਚ ਜਿਹੜੇ ਜਾਨਵਰ ਨੂੰ ਪੀਪੀਆਰ ਦੀ ਵੈਕਸੀਨ ਹੋਈ ਹੈ ਨਾ, ਉਹਨੂੰ ਪੀਪੀਆਰ ਜ਼ਰੂਰ ਹੋਈ ਹੋ ਜਾਂਦੀ, ਉਹਨੂੰ ਜ਼ਰੂਰ ਹੋਈ। ਮੈਂ ਡਾਕਟਰ ਨੂੰ ਆਪਣੇ ਫਾਰਮ ਤੇ ਬੁਲਾ ਕੇ ਪੀਪੀਆਰ ਵਾਲੇ ਜਿਹੜਾ ਮੇਰਾ ਮੈਡੀਕਲ ਸਟੋਰ ਵਾਲਾ ਹੈ, ਮੈਂ ਉਹਨੂੰ ਕਾਲ ਕੀਤੀ। ਉਹਨੇ ਕਿਹਾ ਅਮਰ ਭਾਈ ਇਹ ਕੰਮ ਕਰਨਾ ਹੀ ਨਹੀਂ। एक मिनट शिवास, अच्छा जी। ਉਹਨੇ ਕਿਹਾ ਅਮਰ ਭਾਈ ਤੁਸੀਂ ਨਾ ਕਰਾਓ ਵੈਕਸੀਨ, ਅਗਰ ਤੁਸੀਂ ਪਹਿਲੇ ਨਹੀਂ ਕਰਾਈ ਤੇ ਹੁਣ ਨਾ। ਲੇਕਿਨ ਇਸ ਦੌਰਾਨ ਅਲਹਮਦੁਲਿਲਾ ਮੈਂ ਕੋਈ ਨਵਾਂ ਜਾਨਵਰ ਪਰਚੇਸ ਨਹੀਂ ਕੀਤਾ, ਲੇਕਿਨ ਜਿਹਨੂੰ ਮੈਂ ਜਾਨਵਰ ਆਪਣੇ ਦਿੱਤੇ ਨੇ ਉਹਨੂੰ ਤਰੀਕੇ ਦੇ ਨਾਲ ਕਿਹਾ ਕਿ ਮੇਰੇ ਜਾਨਵਰ ਬਿਮਾਰ। अगर आपने जनवरी में एनिमल खरीदने हैं ना जी, तो आप फार्म से ख़रीदें, वो तकरीबन वैक्सीनेटेड होते हैं। मंडी से अगर आप जानवर ख़रीदते हैं तो आपके साथ एक्सपर्ट आदमी होगा, तो वो कम अज़ कम मतलब दिखा सकता है। अदरवाइज़ आम आदमी अगर मंडी से जानवर ख़रीदेगा तो उसको बीमारी वाला जानवर, स्पेशली जो है ये आजकल पीपीआर चल रहा है, इस बीमारी का एनिमल मिलेगा मंडी से। भाई नॉर्मली मंडियों में ना जी जी, मैं आपको एक बात बताऊं, जो मंडियों में जानवर जो फार्मर बेचने आता है ना, हाँ जी, पहले तो पता उसको भी नहीं होता कि उसके जानवर में ये डिजीज है या नहीं है। लेकिन खुदा ना खासा जब ये डिजीज होती है ना, तो जैसे वो बच्चे ਨੂੰ याद है लंबी स्किन होया सी, वो फार्म बर्बाद हो गए लोगों का, ये डेडली बीमारी। लेकिन अल्हम्दुलिल्लाह अल्लाह पाक दा शुक्र उस पाक परवरदिगार दा कि ना ते अल्लाह ताला ने कोई ਇਹੋ ਜਿਹਾ ਕੋਈ ਜਾਨਵਰ ਦਿੱਤਾ ਹੈ ਤੇ ਨਾ ਹੀ ਅੱਲਾਹ ਤਾਲਾ ਨੇ ਸਾਡਾ ਇਮਤਿਹਾਨ ਲਿਆ। ਸ਼ੁਕਰ ਅਲਹਮਦੁਲਿਲਾ, ਅੱਲਾਹ ਪਾਕ ਦੀ ਜ਼ਾਤ ਨੇ ਸਾਨੂੰ ਇਸ ਇਮਤਿਹਾਨ 'ਚ ਨਹੀਂ ਪਾਇਆ। ਨਹੀਂ ਤੇ ਯਕੀਨ ਕਰੋਗੇ ਕਿ ਮੈਂ ਲੋਕਾਂ ਨੂੰ
ਅਰਸ਼ ਤੋਂ ਫਰਸ਼ ਤੇ ਆਉਂਦੇ ਨੇ ਬਿਲਕੁਲ ਹੈ ਇਹ ਸ਼ੌਕ ਦੇ ਵਿੱਚ। इसी तरह बिल्कुल ਸਾਡੇ ਨਾਲ ਵੀ ਮਤਲਬ ਬੇਵਸ ਹੁੰਦਾ ਅਗਰ ਖੁਦਾ ਨਾ ਖਾਸਾ ਸਾਡਾ ਅਗਰ ਕੋਈ ਇੱਕ ਵੀ ਜਾਨਵਰ ਜ਼ਿਬਾ ਹੁੰਦਾ ਹੈ ਨਾ ਤੇ ਇਹਦਾ ਮਤਲਬ ਹੈ ਕਿ 5-7-10 ਲੱਖ ਰੁਪਏ ਜਿਹੜਾ ਨਾ ਉਹ ਤਕਲੀਫ ਹੁੰਦੀ ਹੈ ਆਪਣੇ ਹੱਥੀ ਹਾਂਜੀ। ਇਹ ਕੋਸਟਲੀ ਜਾਨਵਰ ਲਿਆ ਕੇ ਆਪਣੇ ਜ਼ਿਬਾ ਕਰ ਦਿੰਦੇ। ਹਾਂ ਤਕਲੀਫ ਹੁੰਦੀ ਹੈ ਇਹਦੀ ਕੰਮ ਨਹੀਂ ਹੈ। ਕਦੀ ਵੀ ਮੇਰਾ ਜਾਨਵਰ ਅਗਰ ਐਸਾ ਟਰਬਲ ਦੇ ਵਿੱਚ ਆ ਜਾਂਦਾ ਹੈ ਨਾ ਮਤਲਬ ਮੇਰਾ ਜਾਨਵਰ ਅਗਰ ਬਿਮਾਰ ਹੋ ਜਾਂਦਾ ਸਾਡੇ ਜਾਨਵਰਾਂ ਦੇ ਨਾਲ ਜਿਹੜੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਨਾ ਸਾਡੇ ਜਾਨਵਰ ਨੂੰ ਜ਼ਿਆਦਾ ਪ੍ਰੋਬਲਮ ਕਿਉਂਕਿ ਅਸੀਂ ਫੋਰਸ ਫੀਡਿੰਗ ਕਰਨੀ ਹੁੰਦੀ ਹੈ ਹੈਵੀ ਵੇਟ ਕਰਨ ਵਾਸਤੇ ਸਾਡੇ ਜਾਨਵਰ ਨੂੰ ਜ਼ਿਆਦਾ ਸਟਮਕ ਦੀ ਹੀ ਪ੍ਰੋਬਲਮ ਬਣਦੀ ਹੈ। ਫਿਰ ਅਸੀਂ ਇਹੋ ਜਿਹੇ ਜਾਨਵਰ ਸੀ ਕਦੀ ਖੁਦਾ ਨੂੰ ਤਕਬੀਰ ਹੋ ਗਏ ਨਾ ਉਹਦਾ ਇੱਕੋ ਹੀ ਹੱਲ ਕਰਦਾ ਹੈ ਉਹਨੂੰ ਮੈਂ ਆਪਣਾ ਤਕਬੀਰ ਵੀ ਦਿੰਦਾ ਇਹਨਾਂ ਮੁੰਡਿਆਂ ਨੇ ਕਹਿੰਦਾ ਚੁੱਕੋ ਜੀ ਮਦਰਸੇ ਛੱਡੋ। ਲੇਕਿਨ ਇਹ ਬਿਮਾਰੀਆਂ ਜਿਹੜੇ ਤੁਸੀਂ ਘਰ ਜਾਨਵਰ ਪਾਲਦੇ ਹੋ ਹਾਂਜੀ ਉਹਨਾਂ ਚਾਹੁੰਦੀਆਂ ਨੇ ਕਿ ਜਿਹੜੀਆਂ ਬਾਹਰੋਂ ਤੁਸੀਂ ਪਲੇ ਪਲਾਏ ਲੈਂਦੇ ਹੋ ਸਰ, ਤੁਸੀਂ ਮੈਂ- ਫਰਕ ਕਰੋ 10-15 ਲੱਖ ਦਾ ਜਾਨਵਰ ਲੈਂਦੇ ਹੋ ਹਾਂਜੀ ਉਹ ਕੋਈ ਏਡਾ ਛੋਟਾ ਬੱਚਾ ਤੇ ਨਹੀਂ ਹੋਏਗਾ ਉਹ ਵੱਡਾ ਬੱਚਾ ਹੋਏਗਾ ਹਾਂਜੀ। ਤੁਸੀਂ ਵੱਡੇ ਬੱਚਿਆਂ ਨੂੰ ਉਹਦਾ ਹੈਵੀ weight ਕਰਨ ਲਈ ਇੰਜੈਕਟ ਕਰਦੇ ਹੋ ਮੁੱਖਲੀ ਮੈਡੀਸਨ ਤੇ ਉਹ ਭਾਰੀ ਹੋ ਜਾਂਦੇ ਨੇ ਠੀਕ ਹਾਂਜੀ। ਹੈ ਛੋਟੇ ਬੱਚਿਆਂ 'ਚ ਬਿਮਾਰੀਆਂ ਚੱਲਦੀਆਂ ਆਉਂਦੀਆਂ ਨੇ ਕਿ ਮਹੀਨੇ ਦੋ 'ਚ ਕਲੀਅਰ ਹੋ ਜਾਂਦਾ ਹੈ ਨਹੀਂ ਬੇਸਿਕਲੀ ਨਾ ਇਹ ਬਿਮਾਰੀ ਜਿਹੜੀ ਨਾ ਜਿਹੜਾ ਕਮਜ਼ੋਰ ਜਾਨਵਰ ਹੁੰਦੇ ਨੇ ਨਾ ਉਹਨਾਂ 'ਚ ਹੁੰਦੀਆਂ ਉਹਨਾਂ ਦੇ ਵਿੱਚ ਇਹ ਬਿਮਾਰੀ ਜਿਹੜੇ ਨੇ ਜ਼ਿਆਦਾ ਪ੍ਰੋਬਲਮ ਕਰਦੀ ਹੈ। ਅਗਰ ਬੇਸਿਕਲੀ ਅਗਰ ਤੁਹਾਡਾ ਜਾਨਵਰ ਜਿਹੜਾ ਨਾ ਉਹਦੀ ਇਮਿਊਨਿਟੀ ਠੀਕ ਹੈ ਨਾ ਉਹਦੀ ਡਾਈਟ ਠੀਕ ਹੈ ਤੁਹਾਡਾ ਜਾਨਵਰ ਤਾਕਤ ਦੇ ਵਿੱਚ ਫਿਰ ਨਹੀਂ ਆ ਉਹ ਐਟਲੀਸਟ ਤੁਹਾਨੂੰ ਇੰਨਾ ਮੌਕਾ ਦੇ ਦੇਗਾ ਕਿ ਤੁਸੀਂ ਉਹਦਾ ਇਲਾਜ ਕਰ ਲਓ। ਪਤਾ ਲੱਗ ਜਾਂਦਾ देखो जी अगर 3 वैक्सीना अगर अपने फार्म के उत्ते कंप्लीट की जान ना PPR ETV ਪਲੋਰੋਨਮੋਨੀਆ ਅੰਮ੍ਰਿਤ ਸਾਹਿਬ ਜੀ ਤੇ ਮੇਰਾ ਖਿਆਲ ਹੈ ਕਿ ਫਾਰਮ ਜਿਹੜਾ ਹੈ ਤੁਹਾਡਾ ਉਹ ਬਚਿਆ ਰਹਿੰਦਾ ਹੈ ਇਹ ਵੈਕਸੀਨੇਸ਼ਨ। ਔਰ ਦੂਸਰਾ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਆ ਰਹੀਆਂ ਨੇ ਜਿਹੜੇ ਆਮ ਮੈਡੀਕਲ ਸਟੋਰ ਤੋਂ ਅਸੀਂ ਲੈਂਦੇ ਹਾਂ ਉਹ ਜ਼ਿਆਦਾਤਰ 2 ਨੰਬਰ ਨੇ। ਕੋਸ਼ਿਸ਼ ਕਰੋ ਕਿ ਅਗਰ ਇੰਪੋਰਟ ਵੈਕਸੀਨੇਸ਼ਨ ਮਿਲਣ ਅੱਛੀ ਤੇ ਉਹ ਐਨੀਮਲਸ ਵਿੱਚ ਕਰਨੀ ਚਾਹੀਦੀਆਂ। ਦੂਸਰਾ ਨਾ ਇੰਜੈਕਸ਼ਨ ਸਾਰੇ ਠੀਕ ਨੇ ਇੱਕ ਇੰਜੈਕਸ਼ਨ ਦੀ ਕਮੀ ਹੈ ਇਹਦੇ ਚ ਐਟ੍ਰੋਪਿਨ ਦੀ। ਹਾਂਜੀ ਨਹੀਂ ਐਟ੍ਰੋਪਿਨ ਬੇਸਿਕਲੀ ਜਿਹੜਾ ਇੰਜੈਕਸ਼ਨ ਹੈ ਨਾ ਉਹ ਯੂਜ਼ ਹੁੰਦਾ ਹੈ ਅਗਰ ਕੋਈ ਤੁਹਾਡੇ ਜਾਨਵਰ ਨੂੰ ਕੋਈ ਜ਼ਹਿਰੀਲੀ ਚੀਜ਼ ਕੱਟ ਜਾਵੇ ਮਤਲਬ ਇੱਕ ਮਿਸਾਲ ਤੁਸੀਂ ਕੀ ਪਤਾ ਇਹ ਬਾਹਰ ਛੱਡਿਆ ਖੁਦਾ ਨਾ ਖਾਸੇ ਕੀ ਪਤਾ ਚੱਲਦਾ ਆਪ ਸੱਪ ਟੂਆ ਕੋਈ ਕੋਈ ਚੀਜ਼ ਪਤਾ ਵੱਢ ਨਹੀਂ ਲੈ ਚੱਲਦਾ ਕੋਈ ਜ਼ਹਿਰੀਲਾ ਕੁੱਤਾ ਬਿੱਲੀ ਕੋਈ ਚੀਜ਼ ਵੱਢ ਜਾਂਦੀ ਹੈ ਨਾ ਉਹਦੇ ਵਾਸਤੇ ਐਟ੍ਰੋਪਿਨ ਦੇ ਨਾਲ ਤੁਸੀਂ ਪੈਨਾਕਾਰਡ ਇਸਤੇਮਾਲ ਕਰੋਗੇ ਨਾਲ ਕੋਈ ਵੀ ਤਾਕਤ ਦਾ ਟੀਕਾ B12 ਵਗੈਰਾ ਕੋਈ ਵੀ ਤੁਸੀਂ ਇਸਤੇਮਾਲ ਕਰ ਲੋਗੇ ਤੁਹਾਡਾ ਜਾਨਵਰ ਸਰਵਾਈਵ ਕਰੇਗਾ। ਮੱਖਣ ਰੱਖਿਆ ਜੀ ਫਾਰਮ ਤੇ ਹਾਂਜੀ ਮੱਖਣ ਹੈ ਹੈਗਾ ਨਾ ਪਿਆ ਮੱਖਣ ਬਸ ਠੀਕ ਹਲਦੀ ਹਲਦੀ ਵੀ ਹੈ ਹਲਦੀ ਬਸ। ਵੈਸੇ ਵੀ ਬੰਦੇ ਦੇ ਵਿੱਚ ਵੀ ਯੂਜ਼ ਕਰਵਾ ਨਹੀਂ ਉਹ ਵਨਡੇ ਚ ਯੂਜ਼ ਹੋਣਾ ਹੋਰ ਚੀਜ਼ ਹੁੰਦੀ ਹੈ। ਜ਼ਖਮ ਤੇ ਲਾਉਣਾ ਉਹ ਨਹੀਂ ਉਹ ਅਗਰ ਤੁਹਾਡੇ ਜਾਨਵਰ ਨੂੰ ਕੋਈ ਜਾਨਵਰ ਵੱਢ ਜਾਂਦਾ ਤਾਂ ਉਹਦੇ ਮੂੰਹ ਦੇ ਵਿੱਚ ਲਾਲਾਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਨਾ ਜਾਂ ਵੱਧ ਹਜ਼ਮੀ ਦੇ ਨਾਲ ਵੀ ਮੂੰਹ 'ਚ ਲਾਲਾਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਜਾਨਵਰ ਮੂੰਹ 'ਚ ਝੱਗ ਕੱਢਣਾ ਸ਼ੁਰੂ ਕਰ ਦਿੰਦਾ ਫੌਰਨ ਤੋਂ ਪਹਿਲੇ ਐਡਾ ਮੱਖਣ ਦਾ ਪੇੜਾ ਲੈਣਾ ਹੈ ਹਲਦੀ 'ਚ ਗੁੰਨ ਕੇ ਜਾਨਵਰ ਨੂੰ ਖਵਾ ਦੇਣਾ ਉਤੋਂ ਜਿਹੜੇ 3 ਇੰਜੈਕਸ਼ਨ ਦੱਸੇ ਨੇ ਲਗਾ ਦੇਣੇ। ਅੱਲਾਹ ਦੀ ਜ਼ਿਆਦਾ ਰਹਿਮਤ ਕਰਦੇ। एट्रोपिन किस लिए इस्तेमाल होता है? जहरीली चीज कट्टन कोई वजन के हिसाब से लगाना अब वो बॉडी वेट के मुताबिक लेकिन वो बॉडी वेट के मुताबिक उसमें आपने 1 ml ज्यादा लगाना है। मतलब अगर आपका जानवर 50 kg का है ना उसके ऊपर लिखा हुआ 5 cc लगाना है आपने वो 6 लगाना है। अगर खुदा ना खासा कोई जहरीली चीज काट जाए तो सप ठुआ कुत्ता कोई चीज इंसानों का तो जहरीला कुछ भी नहीं है। क्यों बाबा किधर गए ਕਹਿੰਦਾ ਕਿੱਧਰ ਗਿਆ ਬਾਬਾ ਆ ਗਿਆ ਜੀ। ਇਨਸਾਨ ਉਹ ਲੇਲੇ ਵੀ ਖਾ ਜਾਂਦਾ ਜਿਹਨੂੰ ਵੀ ਬਚਾਉਣਾ ਅਸੀਂ ਕਰਦੇ ਜਿਹਨੂੰ ਅਸੀਂ ਬਚਾਉਣਾ ਉਹਨੂੰ ਮਤਲਬ ਉਹ ਵੀ ਖਾਇਆ ਇਨਸਾਨ ਖਾ ਜਾਂਦਾ। ਅੱਛਾ ਜਿਹੜੇ ਆਮ ਨਾਰਮਲ ਕੁੱਤੇ ਨੇ ਇਹਨਾਂ ਨੇ ਹੁਣ ਡੇਰੇ ਤੇ ਕੁੱਤਾ ਰੱਖਿਆ ਕੋਈ ਇਹਨੂੰ ਚੱਕ ਵੜ ਲੈਂਦਾ ਉਹ ਅਗਰ ਤੇ ਉਹਦੀ ਵੈਕਸੀਨ ਹੋਈ ਹੈ ਨਾ ਉਸ ਕੁੱਤੇ ਦੀ ਕਰਾਣੀ ਚਾਹੀਦੀ ਨਹੀਂ ਕਰਾਣੀ ਇੱਥੇ ਜਿਹੜਾ ਜਾਨਵਰ ਰੱਖਣਾ ਚਾਹੀਦਾ ਮੰਗਾ ਰਹੇ ਹੁਣ ਇਹਨੂੰ ਵੈਕਸੀਨ ਕਰਾ ਕੇ ਰੱਖਣ ਫਿਰ ਜ਼ਰੂਰਤ ਨਹੀਂ ਉਹਦੇ ਚ ਦੇਖੋ ਜਾਨਵਰ ਪੇਨ ਤੇ ਹੋਏਗੀ ਹਾਂ ਫਿਰ ਐਂਟੀਬਾਇਓਟਿਕ ਇੱਕ ਵੇਸ ਤੇ ਚੜਦੀ ਹੈ ਨਾ ਦੇਖੋ ਉਹ ਛੋਟੀ ਜਿਹੀ ਲੱਕੜੀ ਦੀ ਛਿੱਤਰ ਵੱਜ ਜਾਂਦੀ ਹੈ ਉਹ ਦਿੰਦੀ ਉਹ ਤੇ ਫਿਰ ਜਾਨਵਰ ਤੇ ਫਿਰ ਜਾਂਦਾ ਤਾਂ ਉਹ ਅਗਰ ਕੁੱਤੇ ਨੇ ਹਲਕਾ ਜਿਹਾ ਦਾਣਾ ਇੰਨੀ ਲਗਾਣਾ ਉਹਨੇ ਗੋਸ਼ੇ ਦੇ ਵਿੱਚ ਉਹਨੂੰ ਇੰਜੈਕਟ ਹੀ ਕਰ ਦੇਣਾ ਆਪਣੇ ਖੁੱਬ ਜਾਣਾ ਦੰਦ ਖੁੱਬ ਇਹ ਵੀ ਕੋਈ ਪਤਾ ਨਹੀਂ ਕਈ ਦਫਾ ਕੁੱਤਾ ਬਾਸ ਕੁੱਤੇ ਐਸੇ ਹੈਗੇ ਜਿਹੜੇ ਚੱਕ ਬਾੜ ਕੇ ਮੂੰਹ ਖੋਲ ਛੱਡਦੇ ਨੇ ਕਈ ਐਸੇ ਹੈਗੇ ਬਿਲਕੁਲ ਐਸੀ ਗ੍ਰਿਪ ਬਣਾਉਂਦੇ ਨੇ ਉਹ ਛੁੱਟਦੀ ਨਹੀਂ ਗ੍ਰਿਪ ਹੀ ਨਹੀਂ ਛੁੱਟਦੀ ਆ ਫੇਰ ਤੇ ਹਾਂਜੀ ਉਹ ਨਾ ਗੋਸ਼ਤ ਹੀ ਕੱਢ ਲਾਈ ਲੇਕਿਨ ਤੁਸੀਂ ਕੋਸ਼ਿਸ਼ ਕਰੋ ਅਲਸੈਸ਼ਨ ਰੱਖੋ ਇੱਥੇ ਅਲਸੈਸ਼ਨ ਨਾਲੋਂ ਵੱਧ ਗਾਰਡ ਡੌਗ ਜਰਮਨ ਸ਼ੈਫਰਡ ਵੀ ਹੈ ਕੋਈ ਨਹੀਂ ਕੈਰੀ ਕਰਦਾ ਉਹਦੇ ਨਾਲ ਬੱਚਿਆਂ ਜਿਹੜੇ ਜਾਨਵਰਾਂ ਨਾਲ ਪਿਆਰ ਕਰਦੇ ਆ ਫਿਰ ਨਾਲ ਅਟੈਚ ਹੋ ਜਾਂਦੇ ਤੁਸੀਂ ਉਹਨੂੰ ਅਲਸੈਸ਼ਨ ਨੂੰ ਤੁਸੀਂ ਇੱਥੇ ਰੱਖੋ ਨਾ ਬਾਕੀ ਤੁਸੀਂ ਕਦੋਂ ਮੇਰਾ ਪੇਰ ਵੀ ਆਉਂ ਤੁਸੀਂ ਆ ਫੇਰ ਲਿਆਓ ਮੈਨੂੰ ਕਿਸੇ ਨੇ ਦਿੱਤੇ ਤੇ ਮੈਂ ਅੱਗੋਂ ਕਿਸੇ ਨੂੰ ਦੇ ਛੱਡਿਆ ਮੈਂ ਨਾ ਯਾਰ ਲੈ ਜਾ ਕਿੱਥੇ ਨਹੀਂ ਤੁਸੀਂ ਆਪਣੇ ਫਾਰਮ ਦੇ ਤੁਸੀਂ ਪੇਰ ਰੱਖੋ ਬੇਸਿਕਲੀ ਅਲਸੈਸ਼ਨ
इतना हैवी गार्ड हो गए ये जर्मन शेफर्ड वगैरह सारी ਇਹਦੀ ਪੈਦਾਵਾਰ ਇਹਦੇ ਸਪਰਮਸ ਨੇ ਸਾਰੇ ਅਲਸੈਸ਼ਨ ਇਹ ਤੁਸੀਂ ਜਿਹੜਾ ਐਬੂਲੀ ਕੁੱਤਾ ਰੱਖ ਲਗੇ ਨਾ ਤੁਸੀਂ ਅੱਲਾ ਦੇ ਕੋਲ ਤੁਸੀਂ ਰੋਟੀਆਂ ਹੀ ਪੂਰੀਆਂ ਕਰਦੇ ਉਹਨੇ ਤਾਂ ਸਾਰੇ ਨੇ ਸੁੱਤਾ ਹੋਣਾ ਜਿਵੇਂ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਆਇਆ ਖਾ ਕੇ ਸੌ ਰਹਿੰਦਾ ਭਲਵਾਨ ਉਹ ਉਹ ਭਲਵਾਨ ਹੁੰਦਾ ਖਾ ਕੇ ਸੌ ਉਹ ਰਹਿੰਦਾ ਬਸ ਉਹ ਰੋਟੀ ਭਲਵਾਨ ਉਹਦੇ ਤੇ ਕੋਲੋਂ ਚੋਰ ਬੱਕਰੀ ਖੋਲ ਕੇ ਲਾਏ ਤਾਂ ਨਹੀਂ ਫੜਦਾ जी आमिर साहब वाइंड अप करिए जी ਅਸੀਂ ਜਨਾਬ ਹੁਣ ਵਾਪਸ ਜਾਣਾ ਜੀ ਲਾਹੌਰ ਔਰ ਸਾਡਾ ਇਹਦਾ ਟੂਰ ਸੀ ਸਿਆਲਕੋਟ ਦਾ ਔਰ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਕਿ ਕੁਛ ਨਾ ਕੁਛ ਅਸੀਂ ਇਸ ਫਾਰਮ ਤੋਂ ਸਿੱਖੀਏ ਔਰ ਆਪਣੇ ਦੋਸਤਾਂ ਨੂੰ ਕੁਛ ਜ਼ਰੂਰੀ ਮਾਲੂਮਾਤ ਦਈਏ ਤਾਂ ਕਿ ਤੁਸੀਂ ਆਪਣੀ ਫਾਰਮਿੰਗ ਦੇ ਵਿੱਚ ਕਾਮਯਾਬੀ ਹਾਸਲ ਕਰੋ ਔਰ ਮਿਲਦੇ हैं खूबसूरत नेक्स्ट वीडियो ना अपनी दुआएं याद रखना अल्लाह हाफिज़।